ਅਸੀਂ ਹੁਣ ਗੱਲਬਾਤ ਕਰਦੇ ਹਾਂ ਪ੍ਰੋਫੈਸਰ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ। ਮੇਰੇ ਲਾਈਨ ਤੇ ਨੇ ਔਰ ਉਹਨਾਂ ਨੂੰ ਪੇਸ਼ ਕਰਨ ਲੱਗੇ ਹਾਂ। ਪ੍ਰੋਫੈਸਰ ਸਾਹਿਬ ਨੇ ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਵਿੱਚ ਬੜਾ ਇੱਕ ਆਪਣਾ ਅੱਛਾ ਨਾਮ ਬਣਾਇਆ ਹੋਇਆ BC ਦੇ ਵਿੱਚ, ਔਰ ਸਾਡੇ ਬੜੇ ਪਿਆਰੇ ਮਿੱਤਰ ਵੀ ਨੇ, ਔਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਪ੍ਰੋਫੈਸਰ ਸਾਹਿਬ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਤੇ ਤੁਹਾਡੇ ਨਾਲ ਤੁਹਾਡੇ ਦਰਸ਼ਕਾਂ ਨੂੰ ਹਾਰਦਿਕ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ। ਤੁਹਾਡੇ ਨਵੇਂ ਪ੍ਰੋਗਰਾਮ ਲਈ ਬਹੁਤ-ਬਹੁਤ ਮੁਬਾਰਕਾਂ ਜੀ। ਥੈਂਕ ਯੂ ਸਰ, ਥੈਂਕ ਯੂ। ਔਰ ਤੁਸੀਂ ਪਿਛਲੇ ਹਫਤੇ ਦੱਸਿਆ ਸੀ ਕਿ ਕੁਝ ਰਾਈਡਿੰਗਸ ਐਸੀਆਂ ਹੈ ਜਿੱਥੇ ਪੰਜਾਬੀਆਂ ਦਾ ਪੂਰਾ ਇਸ ਵੇਲੇ ਬੋਲਬਾਲਾ ਹੈ, ਔਰ ਪੰਜਾਬੀ ਤੁਸੀਂ ਕਿਹਾ ਸੀ 6 ਜਾਂ 7 ਜ਼ਰੂਰ ਜਿੱਤਣਗੇ। ਬਿਲਕੁਲ ਸਹੀ ਗੱਲ ਸਾਬਤ ਹੋਈ ਹੈ, ਰਾਦਰ 8 ਜਿੱਤ ਗਏ ਹੈ। ਬਿਲਕੁਲ ਜੀ, ਬਹੁਤ ਹੀ ਸ਼ਾਨਦਾਰ ਮੁਕਾਬਲਾ ਵੀ ਰਿਹਾ ਤੇ ਖਾਸ ਕਰਕੇ ਜਿਸ ਤਰੀਕੇ ਨਾਲ ਜਿੱਤ ਹਾਸਲ ਹੋਈ ਹੈ, ਇਸ ਮੁਕਾਮ ਤੇ ਪਹੁੰਚੇ ਨੇ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਚਿਹਰਿਆਂ ਦੀ ਗੱਲ ਜੇਕਰ ਕਰੀਏ, ਜਿਵੇਂ ਤੁਸੀਂ ਤਸਵੀਰਾਂ ਦਿਖਾ ਰਹੇ ਸੀ, ਜਾਣਕਾਰੀ ਦੇ ਰਹੇ ਸੀ, ਜਗਰੂਪ ਸਿੰਘ ਬਰਾੜ ਜਿਹੜੇ ਕਿ ਲਗਾਤਾਰ 4-5 ਵਾਰ ਵਿਧਾਨ ਸਭਾ 'ਚ ਪਹੁੰਚੇ ਨੇ, ਰਾਜ ਚੌਹਾਨ 5ਵੀਂ ਵਾਰ ਜਿੱਤੇ ਨੇ, ਇਸੇ ਤਰ੍ਹਾਂ ਹੈਰੀ ਬੈਂਸ ਜਿਹੜੇ ਕਿਰਤ ਮੰਤਰੀ ਵੀ ਰਹੇ ਨੇ ਦੁਬਾਰਾ ਜਿੱਤੇ ਨੇ। ਉਸ ਤੋਂ ਇਲਾਵਾ ਜਿਨੀ ਸਿਮਜ਼ ਮੁਕਾਬਲਾ ਉਹਨਾਂ ਦਾ ਬੜਾ ਸਖਤ ਸੀ, ਡਾਕਟਰ ਗੁਲਜ਼ਾਰ ਚੀਮਾ ਜਿਹੜੇ ਸਾਬਕਾ ਸਿਹਤ ਮੰਤਰੀ ਬ੍ਰਿਟਿਸ਼ ਕੋਲੰਬੀਆ ਦੇ, ਉਹਨਾਂ ਦੇ ਨਾਲ ਸੀ ਮੁਕਾਬਲਾ। ਪਰ ਫਿਰ ਵੀ ਜਿਨੀ ਸਿਮਜ਼ ਨੇ ਜਿਹੜਾ ਹੈ ਅਖੀਰਲੇ ਦੌਰ ਦੇ ਵਿੱਚ ਜਿੱਤ ਹਾਸਲ ਕੀਤੀ। ਸਭ ਤੋਂ ਰੌਚਕ ਜਿਹੜੀ ਗੱਲ ਹੋਈ ਹੈ ਉਹ ਇਹ ਸੀ ਕਿ ਜਿੱਥੇ ਰਵੀ ਕਾਲੋ ਜਿਹੜੇ ਸਾਡੇ ਓਲੰਪੀਅਨ ਨੌਜਵਾਨ ਜਿਨ੍ਹਾਂ ਨੇ ਕੈਨੇਡਾ ਦੀ ਹਾਕੀ ਦੇ ਵਿੱਚ ਪ੍ਰਤੀਨਿਧਤਾ ਕੀਤੀ ਸੀ ਓਲੰਪਿਕਸ ਦੇ ਵਿੱਚ, ਉਹ ਡੈਲਟਾ ਤੋਂ ਖੜੇ ਸਨ। ਡੈਲਟਾ ਦੀ ਸੀਟ ਬੜੀ ਸਵਿੰਗ ਮੰਨੀ ਜਾਂਦੀ ਹੈ, ਪਰ ਉਹਨਾਂ ਨੇ ਇੰਨੇ ਵਧੀਆ ਭਾਵਪੂਰਤ ਪ੍ਰਭਾਵਸ਼ਾਲੀ ਢੰਗ ਨਾਲ ਜਿੱਤ ਹਾਸਲ ਕੀਤੀ। ਮਿਸਾਲ ਬਣੇ ਨੇ ਰਚਨਾ ਸਿੰਘ ਜਿਹੜੇ ਕਿ ਸਾਡੇ ਪੱਤਰਕਾਰ ਭਾਈਚਾਰੇ ਦੇ, ਗੁਰਪ੍ਰੀਤ ਸਿੰਘ ਜਿਨ੍ਹਾਂ ਦੇ ਪਤਨੀ ਨੇ, ਡਾਕਟਰ ਰਘਵੀਰ ਸਿੰਘ ਉਹਨਾਂ ਦੀ ਬੇਟੀ। ਦੂਸਰੀ ਵਾਰ ਫਿਰ ਅਨੇਕਾਂ ਚੈਲੰਜ ਦੇ ਬਾਅਦ ਦੇਸੀ ਸਿਆਸਤ ਦਾ, ਭਾਰਤੀ ਸਿਆਸਤ ਦਾ ਮੁਦਾਖਲਤ ਹੋਣ ਦੇ ਬਾਵਜੂਦ ਚੈਲੰਜ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਤੇ ਇੱਕ ਨਵਾਂ ਇਤਿਹਾਸ ਇਹ ਬਣਿਆ ਕਿ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਵਿੱਚ ਹੁਣ ਤੱਕ ਦੇ 102 ਸਾਲਾਂ ਦੇ ਇਤਿਹਾਸ ਦੇ ਵਿੱਚ ਇੱਕ ਦਸਤਾਰਧਾਰੀ ਪੜ੍ਹਿਆ ਲਿਖਿਆ ਵਕੀਲ ਨੌਜਵਾਨ ਸਰਦਾਰ ਅਮਨ ਸਿੰਘ ਉਹ ਪਾਰਲੀਮੈਂਟ ਦੇ ਵਿੱਚ ਪਹੁੰਚਿਆ, ਵਿਧਾਨ ਸਭਾ 'ਚ ਪਹੁੰਚਿਆ, ਜਿਹੜੀ ਕਿ ਇੱਕ ਵੱਖਰੀ ਪ੍ਰਾਪਤੀ ਹੈ। ਨਿੱਕੀ ਸ਼ਰਮਾ ਬੜੀ ਹੀ ਹੋਣਹਾਰ ਤੇ ਲਾਇਕ ਜਿਹੜੀ ਵੈਨਕੂਵਰ ਏਸਟਿੰਗ ਤੋਂ, ਜਿਹੜੀ ਕਿ ਵੈਨਕੂਵਰ ਦੇ ਵਿੱਚ ਰੀਕ੍ਰੀਏਸ਼ਨ ਬੋਰਡ ਦੇ ਵਿੱਚ ਸੀ, ਪੰਜਾਬੀ ਲਈ ਜਿਸਨੇ ਬੜਾ ਕੰਮ ਕੀਤਾ, ਨਿੱਕੀ ਸ਼ਰਮਾ ਜੀ ਜਿੱਤੇ ਨੇ, ਜਿਹਦਾ ਚਾਅ ਤੇ ਜਿਹਦੀ ਖੁਸ਼ੀ ਸਾਰਿਆਂ ਨੂੰ ਬੇਮਿਸਾਲ ਹੈ। ਸੋ ਇਹ ਵੰਨ-ਸੁਵੰਨਤਾ ਵੇਖਣ ਨੂੰ ਮਿਲੀ ਹੈ, ਜਿਸ ਦੇ ਲਈ ਸਾਰੇ ਸਮੂਹ ਕੈਨੇਡੀਅਨ ਤੇ ਬ੍ਰਿਟਿਸ਼ ਕੋਲੰਬੀਅਨ ਵਧਾਈ ਦੇ ਪਾਤਰ ਜੀ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਪੰਜਾਬੀਆਂ ਦੀ ਇਹ ਬੜੀ ਵੱਡੀ ਜਿੱਤ ਹੈ, ਉਹਦੇ 'ਚ ਕੋਈ ਦੋ ਰਾਏ ਵੀ ਨਹੀਂ ਹੈ। ਹੁਣ ਜੌਨ ਹਾਰਗਨ ਦੇ ਲਈ ਇੱਕ ਬੜਾ ਵੱਡਾ ਚੈਲੰਜ ਹੋ ਜਾਏਗਾ ਕਿ ਉਹ ਕਿਹਨਾਂ ਨੂੰ ਮੰਤਰੀ ਮੰਡਲ 'ਚ ਲੈਣ ਤੇ ਕਿਹਨਾਂ ਨੂੰ ਨਾ ਲੈਣ। ਮੈਂ ਦੇਖ ਰਿਹਾ ਤੁਸੀਂ ਤਾਂ ਦੱਸ ਹੀ ਰਹੇ ਹੋ ਕਿ 5-5 ਵਾਰ ਦੇ ਜਿੱਤੇ ਹੋਏ ਉਮੀਦਵਾਰ ਵੀ ਨੇ, ਕੁਛ 2-2 ਵਾਰ ਵਾਲੇ ਜਿੱਤੇ ਹੋਏ ਉਮੀਦਵਾਰ ਵੀ ਨੇ, ਔਰ ਕਈ ਲੋਕ ਤੇ ਐਸੇ ਆ ਜਿਹੜੇ ਲਗਾਤਾਰ ਜਿੱਤਦੇ ਆ ਰਹੇ ਹੈ। ਉਹ ਕੈਬਨਿਟ 'ਚ ਇੰਨੇ ਲੋਕਾਂ ਨੂੰ ਲੈਣਾ ਮੁਸ਼ਕਿਲ ਹੋਏਗਾ ਜੌਨ ਹਾਰਗਨ ਦੇ ਲਈ। ਤੁਹਾਡਾ ਕੋਈ ਅੰਦਾਜ਼ਾ ਕਿੰਨੇ ਕੁ ਪੰਜਾਬੀਆਂ ਨੂੰ ਮੌਕਾ ਮਿਲ ਸਕਦਾ ਕੈਬਨਿਟ 'ਚ? ਦਰਅਸਲ ਜਿੱਥੋਂ ਤੱਕ ਤਾਂ ਦੇਖੀਏ ਕਿ ਜਿਹੜੀ ਪੋਜੀਸ਼ਨ ਬਣੀ ਹੈ, ਜੇ BC ਦੇ ਵਿੱਚ NDP ਦੀ ਜਿੱਤ ਜਿਹੜੀ ਬਣੀ ਹੈ ਲਿਬਰਲ ਪਾਰਟੀ ਵੱਲੋਂ, ਸਾਡੇ ਬਹੁਤ ਸਾਰੇ ਪੰਜਾਬੀ ਲੋਕ ਜਿਨ੍ਹਾਂ ਨੇ ਇਸ NDP ਨੂੰ ਵੋਟਾਂ ਪਾਈਆਂ ਨੇ, ਇਹ ਫੈਸਲਾ ਕੁੱਲ ਮਿਲਾ ਕੇ ਵੋਟਾਂ ਰਹੀਆਂ। ਬਾਕੀ ਹਲਕਿਆਂ ਦੇ ਵਿੱਚ ਵੀ ਜਿੱਥੇ NDP ਦੇ ਉਮੀਦਵਾਰ ਜਿੱਤੇ ਨੇ, ਉੱਥੇ ਵੀ ਬਹੁਤ ਸਾਰੇ ਸਾਡੇ ਭਾਈਚਾਰੇ ਦੀ ਜਿਹੜੀ ਹੈ ਵੱਡੀ ਭੂਮਿਕਾ ਰਹੀ ਹੈ। ਵੈਨਕੂਵਰ ਤੋਂ ਲੈ ਕੇ ਹਰ ਖੇਤਰ ਦੇ ਵਿੱਚ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਘੱਟੋ ਘੱਟ 3 ਚਿਹਰੇ ਜ਼ਰੂਰ ਐਸੇ ਹੋਣਗੇ ਜਿਨ੍ਹਾਂ 'ਚ ਕੁਝ ਸਾਡੀਆਂ 2 ਜਿਹੜੀਆਂ ਰਿਪਰੈਜ਼ੈਂਟੇਟਿਵ, ਬਲਕਿ 3 ਇਸਤਰੀਆਂ ਵੀ ਨੇ, ਜਿਨ੍ਹਾਂ 'ਚ ਰਚਨਾ ਸਿੰਘ ਹੈ, ਨਿੱਕੀ ਸ਼ਰਮਾ ਹੈ, ਜਿਨੀ ਸਿਮਜ਼ ਹੈ। ਸੋ ਵਿਲੱਖਣਤਾ ਹੈ। ਉਮੀਦ ਹੈ ਕਿ ਇਹਨਾਂ ਦੇ ਵਿੱਚੋਂ ਪ੍ਰਤੀਨਿਧਤਾ ਮਿਲੇਗੀ। ਇਸੇ ਤਰੀਕੇ ਨਾਲ ਜੇ ਅਸੀਂ ਦੇਖੀਏ ਪੜ੍ਹੇ ਲਿਖੇ, ਹਾਲਾਂਕਿ ਪਹਿਲੀ ਵਾਰ ਚੁਣੇ ਗਏ ਨੇ, ਅਮਨ ਸਿੰਘ, ਬਹੁਤ ਸਾਰੀ ਲੋੜ ਹੈ। ਵਰਕਸੇ BC ਦੇ ਵਿੱਚ ਦਸਤਾਰ ਦੇ ਮਸਲੇ ਬਹੁਤ ਨੇ। ਜਿਵੇਂ ਅਸੀਂ ਬਹਿਸ ਦੇ ਵਿੱਚ ਦੇਖਿਆ 3 ਲੀਡਰ, ਜਿਨ੍ਹਾਂ 'ਚ ਸੋਨੀਆ ਜਿਹੜੀ ਗ੍ਰੀਨ ਪਾਰਟੀ ਦੇ ਆਗੂ ਸਨ, ਜਾਂ ਜੌਨ ਹਾਰਗਨ ਜਿਹੜੇ NDP ਦੇ ਆਗੂ ਤੇ ਪ੍ਰੀਮੀਅਰ, ਇਹਨਾਂ ਦੇ ਨਾਲ ਹੀ ਡਾਕਟਰ ਵਿਲਕਨਸਨ, ਉਹਨਾਂ ਨੂੰ ਜਿਹੜੇ ਮੇਜ਼ਬਾਨ ਐਂਕਰ ਸਨ ਡਿਬੇਟ ਦੇ ਵਿੱਚ, ਜਿਹੜੇ ਕਿ ਦੇਸੀ ਭਾਈਚਾਰੇ ਨਾਲ ਸੰਬੰਧਿਤ ਇਸਤਰੀ ਸੀ, ਉਸਨੇ ਬੜਾ ਕਮਾਲ ਦਾ ਸਵਾਲ ਪੁੱਛਿਆ। ਉਹ ਸਵਾਲ ਇਹ ਸੀ ਕਿ ਤੁਸੀਂ ਤਿੰਨੇ ਇੱਕ ਖਾਸ ਰੇਸ ਦੇ ਨਾਲ ਸੰਬੰਧਿਤ ਹੋ, ਇੱਥੋਂ ਦੇ ਮੁੱਖ ਭਾਈਚਾਰੇ ਨਾਲ ਸੰਬੰਧਿਤ ਹੋ, ਤੁਸੀਂ ਨੇਟਿਵ ਦੀ, ਮੂਲ ਵਾਸੀਆਂ ਦੀ ਜਾਂ ਮਾਈਨੋਰਟੀਜ਼ ਦੀ, ਇਮੀਗ੍ਰੈਂਟਸ ਦੀ, ਉਹਨਾਂ ਦੇ ਦਰਦ ਜਾਂ ਮੁਸ਼ਕਲਾਂ ਦੀ ਗੱਲ ਕਿਵੇਂ ਪੇਸ਼ ਕਰ ਸਕਦੇ ਹੋ, ਕਿਵੇਂ ਮਹਿਸੂਸ ਕਰ ਸਕਦੇ ਹੋ? ਤਾਂ ਐਂਡਰੂ ਵਿਲਕਿਨਸਨ ਨੇ ਕਿਹਾ ਸਾਡੇ ਲਈ ਸਾਰੇ ਬਰਾਬਰ ਨੇ। ਪ੍ਰੀਮੀਅਰ ਹਾਰਗਨ ਨੇ ਇਸ ਗੱਲ ਨੂੰ ਕਿਹਾ ਕਿ ਮੇਰੀ ਪਾਰਟੀ ਦੇ ਵਿੱਚ ਸਾਰਿਆਂ ਨੂੰ ਪ੍ਰਤੀਨਿਧਤਾ ਹੈ। ਪਰ ਸਭ ਤੋਂ ਵਧੀਆ ਉੱਤਰ ਸੀ ਜਿਹੜਾ ਕਿ ਸੋਨੀਆ ਦਾ ਸੀ, ਗ੍ਰੀਨ ਪਾਰਟੀ ਦੀ ਲੀਡਰ। ਉਸਨੇ ਕਿਹਾ ਸੱਚ ਇਹ ਹੈ ਕਿ ਅਸੀਂ ਉਹ ਦਰਦ ਮਹਿਸੂਸ ਕਰ ਹੀ ਨਹੀਂ ਸਕਦੇ
ਜਿਹੜਾ ਉਹਨਾਂ ਦੇ ਹੱਡੀ ਹੰਡਾਇਆ ਜਾ ਰਿਹਾ ਹੈ। ਅਸੀਂ ਉਸ ਗੱਲ ਦੇ ਵਿੱਚ ਮੰਨਦੇ ਹਾਂ ਕਿ ਅੱਜ ਵੀ ਕਿਤੇ ਨਾ ਕਿਤੇ ਇਹ ਰੇਸਿਜ਼ਮ ਜਾਂ ਕਿਤੇ ਨਾ ਕਿਤੇ ਇਹੋ ਜਿਹੀ ਹੇਟ ਚੱਲਦੀ ਹੈ, ਉਹ ਜਿਹੜੀ ਹੈ ਉਸ ਦਾ ਦਰਦ ਉਹੀ ਜਾਣਦੇ ਨੇ। ਸੋ ਮੈਂ ਸਮਝਦਾ ਕਿ ਇੰਨੀਆਂ ਮੁਸ਼ਕਲਾਂ ਜਿਹੜੀਆਂ ਇਹ ਵੀ ਇੱਕ ਵਰਕਸੇ BC ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਨੇ। ਅੱਜ ਅਮਨ ਸਿੰਘ ਇੱਕ ਵਕੀਲ ਪੜ੍ਹਿਆ ਲਿਖਿਆ ਪਹਿਲੀ ਵਾਰ ਵਿਧਾਨ ਸਭਾ ਪਹੁੰਚਿਆ, ਸੋ ਹੋ ਸਕਦਾ ਹੈ ਕਿ ਸੰਭਾਵਨਾ ਜਿਹੜੀ ਹੈ ਇਸ ਤਰ੍ਹਾਂ ਦੀ ਬਣੇ। ਪਰ ਉਹਨਾਂ ਤੋਂ ਅੱਗੇ ਪੰਜ ਜਿਵੇਂ ਵਾਰ ਜਿੱਤੇ ਤੁਸੀਂ ਗੱਲ ਕੀਤੀ, ਡਿਪਟੀ ਸਪੀਕਰ ਰਾਜ ਚੌਹਾਨ ਜਿਹੜੇ ਆ ਬਰਨਵੀ ਐਡਮੰਡਸ ਤੋਂ, ਉਹਨਾਂ ਨੇ ਜੋ ਭਾਰਤ ਤੋਂ ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਬਰਾੜ ਦੀ ਲੜਕੀ ਤ੍ਰਿਪਤ ਜਿਹੜੀ ਚਰਨਜੀਤ ਸਿੰਘ ਅਟਵਾਲ ਦੀ ਲੜਕੀ ਤ੍ਰਿਪਤ ਅਟਵਾਲ ਨੂੰ ਵੱਡੇ ਫਰਕ ਨਾਲ ਹਰਾਇਆ, ਉਹ ਜਿੱਤੇ ਨੇ। ਤੇ ਉਹਨਾਂ ਦੀ ਸੰਭਾਵਨਾ ਹੈ ਜਗਰੂਪ ਸਿੰਘ ਬਰਾੜ ਹਾਊਸ ਲੀਡਰ ਰਹੇ ਨੇ ਤੇ ਉਹਨਾਂ ਨੂੰ ਵੀ ਮੰਤਰੀ ਅੱਗੇ ਨਹੀਂ ਸੀ ਬਣਾਇਆ ਗਿਆ। ਇਹਨਾਂ ਦੋਨਾਂ ਨੂੰ ਪਹਿਲਾਂ ਮੰਤਰੀ ਨਹੀਂ ਸੀ ਬਣਾਇਆ ਗਿਆ। ਹੋ ਸਕਦਾ ਹੈ ਕਿ ਇਹਨਾਂ ਦੀ ਇਸ ਵੇਲੇ ਨਾਂ ਤੇ ਗੁਣਾ ਪੈ ਜਾਏ। ਸੋ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਜ਼ਿਕਰ ਹੋਇਆ, ਜਿਹੜੇ ਕਿ ਹੈਰੀ ਬੈਂਸ ਬੜੇ ਹੰਡੇ ਵਰਤੇ ਸਿਆਸਤਦਾਨ ਨੇ, ਕਿਰਤ ਮੰਤਰੀ ਰਹੇ ਨੇ BC ਦੇ, ਉਹਨਾਂ ਦੀ ਵੀ ਸੰਭਾਵਨਾ ਹੋ ਸਕਦੀ ਹੈ। ਰਵੀ ਕਾਲੋ ਇੱਕ ਐਸਾ ਨੌਜਵਾਨ ਜਿਹੜਾ ਸੰਸਦੀ ਸਕੱਤਰ ਰਿਹਾ, ਬੜਾ ਹੀ ਕਾਮਯਾਬ ਰਿਹਾ ਤੇ ਜਿਸ ਜੋਸ਼ ਦੇ ਨਾਲ ਉਸਨੇ ਮੁੱਦੇ ਉਠਾਏ ਨੇ, ਜਿਨ੍ਹਾਂ ਮੁੱਦਿਆਂ ਨੂੰ ਕੋਈ ਛੂੰਹਦਾ ਨਹੀਂ, ਦੂਰ ਆਪਣੇ ਆਪ ਨੂੰ ਬਚਾਉਣ ਲਈ ਦੂਰੀ ਤੇ ਰਹਿੰਦੇ ਨੇ, ਚਾਹੇ CAA ਦਾ ਮੁੱਦਾ ਹੈ, ਚਾਹੇ ਮਿਨੋਰਟੀਜ਼ ਦਾ ਮੁੱਦਾ ਹੈ, ਜੈਨੋਸਾਈਡ ਦਾ ਮੁੱਦਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਪੋਰਟਸ ਦੀ BC ਦੇ ਵਿੱਚ ਬੱਚਿਆਂ ਦੀ, ਨੌਜਵਾਨਾਂ ਦੀ ਡਰੱਗ ਵਾਇਲੈਂਸ ਦੀ ਇਸ਼ੂ ਨੂੰ ਬੜਾ ਸੋਹਣਾ ਹੈਂਡਲ ਕੀਤਾ। ਹੋ ਸਕਦਾ ਹੈ ਕਿ ਉਸ ਦੀ ਕਾਮਯਾਬੀ ਜਿਹੜੀ ਹੈ ਉਸ ਨੂੰ ਮੰਤਰੀ ਪਦ ਤੱਕ ਲੈ ਜਾਏ, ਪਰ ਹਾਲੇ ਕੁਝ ਵੀ ਕਹਿਣਾ ਮੁਸ਼ਕਲ ਹੈ। ਸਾਹਿਬ ਤੁਸੀਂ ਲਾਸਟ ਟਾਈਮ ਦੱਸਿਆ ਸੀ ਕਿ ਇੱਕ ਬੜਾ ਵੱਡਾ ਜੂਆ ਖੇਡਿਆ ਹੈ, ਗੈਂਬਲ ਖੇਡਿਆ ਹੈ, ਰਿਸਕ ਲਿਆ ਹੈ ਜੌਨ ਹਾਰਗਨ ਨੇ ਅਚਾਨਕ ਮੱਧਕਾਲੀ ਚੋਣਾਂ ਕਰਵਾ ਕੇ। ਹਾਲੇ ਉਹਨਾਂ ਦਾ ਸਮਾਂ ਬਚਿਆ ਹੋਇਆ ਸੀ, ਪਰ ਦੂਜੇ ਪਾਸੇ ਅਸੀਂ ਦੇਖ ਰਹੇ ਸੀ ਕਿ ਨੈਕ ਟੂ ਨੈਕ ਲਿਬਰਲ ਪਾਰਟੀ ਨਾਲ ਚੱਲ ਰਹੇ ਸੀ, ਟਾਈ ਸੀ, ਬਰਾਬਰ ਦੀਆਂ ਸੀਟਾਂ ਸੀ, ਪਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਰਿਸਕ ਜਿਹੜਾ ਉਹ ਫਾਇਦੇਮੰਦ ਰਿਹਾ ਔਰ ਹੁਣ ਬੜੇ ਕੰਫਰਟੇਬਲ ਤਰੀਕੇ ਨਾਲ ਮੈਜੋਰਟੀ ਉਹਨਾਂ ਨੂੰ ਮਿਲ ਗਈ ਹੈ। ਹਾਲਾਂਕਿ ਵੋਟਾਂ ਦੀ ਗਿਣਤੀ ਅਜੇ ਜਾਰੀ ਰਹੇਗੀ ਮੇਰੇ ਖਿਆਲ, ਪਰ ਮੋਰ ਔਰ ਲੈਸ ਰਿਜ਼ਲਟ ਜਿਹੜੇ ਤੁਹਾਡੇ ਉਹ ਕਲੀਅਰ ਹੋ ਹੀ ਗਏ ਹੈ। ਤੋ ਹੁਣ ਜਿਹੜੀ ਸਰਕਾਰ ਅਗਰ ਮੈਜੋਰਟੀ ਚਾਹੁੰਦੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਕਾਫੀ ਬੈਟਰ ਤਰੀਕੇ ਨਾਲ ਕੰਮ ਕਰ ਪਾਏਗੀ? ਦੇਖੋ 55 ਸੀਟਾਂ ਬਹੁਤ ਵੱਡੀ ਜਿਹੜੀ ਮੈਜੋਰਟੀ ਹੈ। ਅੱਗੇ 41 ਦਾ ਜਿਹੜਾ ਨੈਕ ਟੂ ਨੈਕ ਮੁਕਾਬਲਾ ਸੀ, ਜਿਹਦੇ ਕਾਰਨ ਗ੍ਰੀਨ ਪਾਰਟੀ ਤੇ NDP ਨੂੰ ਨਿਰਭਰ ਹੋਣਾ ਪੈਂਦਾ ਸੀ। ਹੁਣ ਬਹੁਤ ਵੱਡਾ ਇਹ ਰੁਝਾਨ ਕਹਿ ਸਕਦੇ ਆ। ਨਤੀਜੇ ਤਾਂ 17-18 ਨਵੰਬਰ ਨੂੰ ਜਦੋਂ ਐਨ ਆਖਰੀ ਦੌਰ ਤੇ ਜਿਵੇਂ ਜਿਹੜੀਆਂ ਵੋਟਾਂ ਇਸ ਵੇਲੇ ਡਾਕ ਰਾਹੀਂ ਆਈਆਂ ਜਾਂ ਅਜੇ ਆ ਰਹੀਆਂ ਨੇ, ਉਹਨਾਂ ਸਭ ਨੂੰ ਲੈ ਕੇ ਫੈਸਲਾ ਹੋਏਗਾ। ਪਰ ਇਹ ਰੁਝਾਨ ਤਕਰੀਬਨ ਨੇੜੇ ਤੇੜੇ ਹੀ ਨੇ। ਵੱਡਾ ਫਰਕ ਜਿੰਨਾ ਇਲਾਕਿਆਂ ਦੇ ਵਿੱਚ ਉੱਥੇ ਬਿਲਕੁਲ ਫਰਕ ਨਹੀਂ ਪੈਣਾ, ਜਿਨ੍ਹਾਂ 'ਚ ਬਹੁਤ ਥੋੜਾ ਫਰਕ ਹੈ ਉਹਨਾਂ 'ਚ ਕੁਝ ਪੈ ਸਕਦਾ। ਪਰ ਕਲੀਅਰ ਹੈ ਕਿ ਸਰਕਾਰ NDP ਦੀ ਬਣੇਗੀ। ਹਾਂ, ਇਹ ਜੂਆ ਜ਼ਰੂਰ ਖੇਡਿਆ ਸੀ, ਪਰ ਜਿਹੜੀ ਸੋਚ ਦੇ ਨਾਲ ਉਹਨਾਂ ਨੇ ਆਪਣਾ ਇਹ ਉਸ ਵੇਲੇ ਸ਼ਤਰੰਜ ਦੀ ਬਾਜੀ ਖੇਡੀ ਸੀ, ਉਸ ਬਾਜੀ ਦੇ ਵਿੱਚ ਉਹ ਕਾਮਯਾਬ ਰਹੇ ਨੇ। ਸਿਆਸੀ ਮਾਹਰਾਂ ਨੇ ਜਿਵੇਂ ਉਹਨਾਂ ਨੂੰ ਗਾਈਡ ਕੀਤਾ, ਉਹਨਾਂ ਨੇ ਇਹ ਕੰਮ ਕੀਤਾ। ਪਰ ਦੁੱਖ ਦੀ ਗੱਲ ਇਹ ਹੈ ਕਿ ਰੁਝਾਨ ਮਾੜਾ ਹੈ। ਜਦੋਂ ਤੁਸੀਂ ਆਪ ਇਹ ਅਨਾਉਂਸ ਕਰ ਚੁੱਕੇ ਹੋ ਕਿ ਅਗਲੇ ਵਰੇ 16 ਅਕਤੂਬਰ 2021 ਨੂੰ ਵੋਟਾਂ ਪੈਣਗੀਆਂ, ਐਲਾਨ ਵੀ ਖੁਦ ਕੀਤਾ, ਤਾਂ ਤੁਸੀਂ ਸਿਆਸੀ ਮੁਫਾਦ ਲਈ ਜੇ ਇਸ ਤਰ੍ਹਾਂ ਕਰਦੇ ਹੋ ਤਾਂ ਕੋਈ ਚੰਗੀ ਫਿਰਤ ਨਹੀਂ ਹੈ। ਇਸੇ ਕਾਰਨ ਉਹਨਾਂ ਨੂੰ ਚੈਲੰਜ ਵੀ ਕੀਤਾ ਗਿਆ, ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਪਟੀਸ਼ਨ ਵੀ ਪਾਈ ਗਈ ਹੈ, ਕਈ ਗੱਲਾਂ ਨੇ। ਸੋ ਆਮ ਜਿਹੜੇ ਸੁਹਿਰਦ ਲੋਕ ਨੇ ਜਾਂ ਜਿਹੜੇ ਦਾਨਿਸ਼ਮੰਦ ਨੇ ਉਹ ਸੋਚਦੇ ਨੇ ਇਸ ਤਰ੍ਹਾਂ ਦੀ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ। ਜੇ ਅੱਜ ਉਹਨਾਂ ਨੂੰ ਪ੍ਰੀਮੀਅਰ ਨੂੰ ਕਲੀਅਰ ਮੈਜੋਰਟੀ ਮਿਲੀ ਹੈ, ਅੱਗੇ ਤੋਂ ਇਹਨਾਂ ਗੱਲਾਂ ਤੋਂ ਜ਼ਰੂਰ ਗੁਰੇਜ਼ ਕਰਨ। ਪਰ ਕੰਮ ਬਹੁਤ ਕਰਨ ਵਾਲੇ ਨੇ, ਜਿਨ੍ਹਾਂ ਦੇ ਵਿੱਚ ਮਸਲੇ BC ਦੇ ਨੇ, ਆਰਥਿਕਤਾ ਦਾ ਹੈ, ਕੋਵਿਡ ਨਾਲ ਇਹਨਾਂ ਨੇ ਨਿਪਟਿਆ, ਵਧੀਆ ਢੰਗ ਨਾਲ ਨਿਪਟੇ। ਇੱਥੇ ਕਿਸੇ ਨੇ ਥਾਲੀਆਂ ਨਹੀਂ ਖੜਕਾਈਆਂ, ਇੱਥੇ ਕਿਸੇ ਨੇ ਮੋਮਬੱਤੀਆਂ ਨਹੀਂ ਜਗਾਈਆਂ, ਇੱਥੇ ਸਾਇੰਸ ਨੂੰ ਲੈ ਕੇ ਗੱਲ ਕੀਤੀ ਹੈ। ਸੋ ਲੋਕਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰੀਮੀਅਰ ਦੀ ਜਿੱਤ ਅਸਲ 'ਚ ਇਸ ਨਾਜ਼ੁਕ ਸਮੇਂ ਦੌਰਾਨ ਨਿਭਾਈ ਗਈ ਸ਼ਾਨਦਾਰ ਭੂਮਿਕਾ ਕਰਕੇ ਹੋਈ ਹੈ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਬਰਾੜ ਸਾਹਿਬ। ਔਰ ਇੱਕ ਗੱਲ ਹੋਰ ਸਾਬਤ ਹੋ ਗਈ ਹੈ, ਜਿਸ ਤਰ੍ਹਾਂ ਅਮਨ ਅਮਾਨ ਨਾਲ ਬੜੇ ਸੁਚੱਜੇ ਤਰੀਕੇ ਨਾਲ ਤੁਹਾਡੇ ਵੋਟਾਂ ਪਈਆਂ ਉੱਥੇ, ਪਹਿਲਾਂ ਨਿਊ ਬਰਨਸਵਿਕ ਦੇ ਵਿੱਚ ਪਈਆਂ ਸੀ। ਕੋਵਿਡ-19 ਦੇ ਚਲਦਿਆਂ ਬੜਾ ਵੱਡਾ ਖਦਸ਼ਾ ਸੀ ਕਿ ਪਤਾ ਨਹੀਂ ਵੋਟਾਂ ਸਹੀ ਤਰੀਕੇ ਨਾਲ ਪੈ ਸਕਣਗੀਆਂ ਕਿ ਨਹੀਂ ਪੈ ਸਕਣਗੀਆਂ, ਪਰ ਜਿਸ ਤਰ੍ਹਾਂ ਤੁਹਾਡੇ ਵੋਟਾਂ ਬੜੇ ਵਧੀਆ ਤਰੀਕੇ ਨਾਲ ਨੇਪਰੇ ਚੜ੍ਹੀਆਂ, ਲੱਗਦਾ ਹੈ ਕਿ ਜੇ ਫੈਡਰਲ ਪੱਧਰ ਤੇ ਵੀ ਜੇ ਮੌਕਾ ਕੋਈ ਆ ਹੀ ਗਿਆ ਕੋਵਿਡ-19 ਦੇ ਚਲਦਿਆਂ ਚੋਣਾਂ ਦਾ, ਮੱਧਕਾਲੀ ਚੋਣਾਂ ਹੋ ਗਈਆਂ, ਤੇ ਹੋ ਸਕਦਾ ਹੈ ਕੈਨੇਡਾ ਭਰ ਦੇ ਵਿੱਚ ਵੀ ਦਾ ਮਤਲਬ ਇਹ ਹੈ ਕਿ ਚੋਣਾਂ ਹੋ ਸਕਦੀਆਂ। ਜਿਹੜੀਆਂ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਕੋਵਿਡ-19 ਚੋਣਾਂ ਨਹੀਂ ਹੋਣੀਆਂ ਚਾਹੀਦੀਆਂ, ਤੁਹਾਡੇ ਇਸ ਰਿਜ਼ਲਟ ਤੋਂ ਸਾਬਤ ਹੈ ਕਿ ਲੋਕਾਂ ਨੇ ਪਾਰਟਿਸਿਪੇਟ ਕੀਤਾ ਹੈ, ਪੂਰੇ ਜੋਸ਼ੋ ਖਰੋਸ਼ ਨਾਲ ਪਾਰਟਿਸਿਪੇਟ ਕੀਤਾ ਹੈ। ਠੀਕ ਹੈ, ਅਸੀਂ ਹੁਣ ਕੋਵਿਡ-19 ਦੇ ਚਲਦਿਆਂ ਆਪਣੇ ਆਪ ਨੂੰ ਉਹਦੇ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਰ੍ਹਾਂ ਦਾ ਹਾਲਾਤ ਹੈ, ਮਾਹੌਲ ਹੈ।
ਤੋ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ BC ਵਾਸੀਆਂ ਨੂੰ ਸਾਡੇ ਵੱਲੋਂ ਇਹ ਸ਼ੁਭ ਕਾਮਨਾਵਾਂ, ਔਰ ਪੰਜਾਬੀਆਂ ਵੱਲੋਂ ਖਾਸ ਤੌਰ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ। ਤੁਸੀਂ ਹਮੇਸ਼ਾ ਹੀ ਲੀਡ ਕੀਤਾ ਹੈ ਹਰ ਖੇਤਰ ਦੇ ਵਿੱਚ, ਤੁਹਾਡੇ ਚੱਲੇ ਹੋਏ ਪੂਰਨਿਆਂ ਤੇ ਪਾਏ ਹੋਏ ਪੂਰਨਿਆਂ ਤੇ ਇੱਥੋਂ ਦੇ ਲੋਕ ਚੱਲਦੇ ਆ। ਤੋ ਜੋ ਤੁਸੀਂ ਮੁੱਢ ਬੰਨਿਆ ਹਰ ਖੇਤਰ 'ਚ ਪੰਜਾਬੀਆਂ ਨੇ, ਮੇਰੇ ਖਿਆਲ ਆ ਬਾਕੀ ਮੁਲਕ ਦੇ, ਬਾਕੀ ਕੈਨੇਡਾ ਦੇ ਲੋਕਾਂ ਨੇ, ਪੰਜਾਬੀਆਂ ਨੇ ਉਹਨਾਂ ਨੂੰ ਫੋਲੋ ਕੀਤਾ ਹੈ। ਤੋ ਤੁਹਾਡੇ ਸਾਰੇ ਜਿੱਤੇ ਹੋਏ ਉਮੀਦਵਾਰਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਅਸੀਂ ਰਚਨਾ ਸਿੰਘ ਹੋਰ ਇੰਤਜ਼ਾਰ ਕਰ ਰਹੇ ਆ, ਅਗਲੀ ਇੰਟਰਵਿਊ ਉਹਨਾਂ ਨਾਲ ਕਰਨੀ ਹੈ। ਤੋ ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ, ਤੁਹਾਡੇ ਸਾਰੇ ਚੈਨਲ ਦਾ, ਪ੍ਰਵਾਸੀ ਚੈਨਲ ਦਾ, ਤੇ ਨਵੇਂ ਇਸ ਉਪਰਾਲੇ ਲਈ ਵੀ ਸ਼ੁਭ ਕਾਮਨਾਵਾਂ। ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ।